ਐਥੈ ਉਥੈ ਰਖਵਾਲਾ। ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਜਦੋਂ ਧਿਆਓਗੇ, ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਸਮਝਾਉਣਾ ਕੀਤਾ, ਸਿੱਖੋ ਜਦੋਂ ਉਸ ਦਾਤੇ ਨੂੰ ਧਿਆਏਗਾ, ਕਿਉਂਕਿ ਗੁਰੂ ਇੱਥੇ ਵੀ ਰਖਵਾਲਾ ਹੈ, ਉੱਥੇ ਵੀ ਰਖਵਾਲਾ ਹੈ, ਤੇਰਾ ਸੰਸਾਰ ਵੀ ਸਫਲਾ ਕਰ ਦੇਵੇਗਾ। ਜੀਵਨ ਤੋਂ ਜਾਣ ਤੋਂ ਬਾਅਦ, ਸੰਸਾਰ ਤੋਂ ਜਾਣ ਤੋਂ ਬਾਅਦ, ਸਰੀਰ ਛੱਡਣ ਤੋਂ ਬਾਅਦ ਵੀ ਗੁਰੂ ਤੇਰੇ ਨਾਲ ਖੜਾ ਹੋਵੇਗਾ। ਕਿਉਂਕਿ ਸੱਜਣ ਸੇ ਨਾਲ ਮੈਂ, ਚਲਦਿਆਂ ਨਾਲ ਚੱਲਣ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਣ। ਜਿੱਥੇ ਲੇਖਾ ਹੋਵੇਗਾ ਉੱਥੇ ਗੁਰਮੁਖੋ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਆਪ ਸਹਾਈ ਹੋਵੇਗਾ। ਇਸ ਲਈ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਸਮਝਾਉਣਾ ਕੀਤਾ, ਇੱਥੈ ਉਥੈ ਰਖਵਾਲਾ। ਪ੍ਰਭ ਸਤਿਗੁਰ ਦੀਨ ਦਇਆਲਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਸਦਾ ਹੀ ਗਰੀਬਾਂ ਤੇ ਨਿਮਾਣਿਆਂ ਤੇ ਦਇਆ ਕਰਨ ਵਾਲਾ ਹੈ। ਗੁਰਮੁਖੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਅੰਦਰ ਗਰੀਬ ਕਿਸ ਨੂੰ ਕਿਹਾ? ਗਰੀਬ ਕਿਹਾ ਜਿਸ ਦੇ ਅੰਦਰ ਨਿਮਰਤਾ ਹੈ। ਗਰੀਬੀ ਗਦਾ ਹਕਾਰੇ, ਜਿਸ ਦੇ ਅੰਦਰ ਨਿਮਰਤਾ ਹੈ, ਜਿਸ ਦਾ ਮਨ ਭਾਵਨਾ ਵਾਲਾ ਹੈ, ਗੁਰੂ ਕੇ ਚਰਨਾਂ ਵਿੱਚ ਝੁਕ ਕੇ ਆਇਆ, ਕਿਉਂਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਜਦੋਂ ਮਨ ਨੂੰ ਨਿਮਰਤਾ ਵਿੱਚ ਲੈ ਕੇ ਆਵੇਂਗਾ, ਅਰਦਾਸ ਵਿੱਚ ਹਰ ਰੋਜ਼ ਪੜ੍ਹਦੇ ਹਾਂ ਸਿੱਖਾਂ ਦਾ, ਮਨ ਨੀਵਾ ਮਤ ਉੱਚੇ। ਜਦੋਂ ਮਨ ਨੀਵਾ ਕਰਕੇ ਗੁਰੂ ਕੇ ਚਰਨਾਂ ਵਿੱਚ ਆਏਗਾ, ਭਾਗਾਂ ਵਾਲਿਓ ਗੁਰੂ ਕੇ ਚਰਨਾਂ ਵਿੱਚ ਆਕੜ ਨਹੀਂ ਚੱਲੇਗੇ। ਗੁਰੂ ਕੇ ਚਰਨਾਂ ਦੇ ਵਿੱਚ ਗੁਰੂ ਤੇਰੇ ਬਹੁਤੇ ਮਹਿੰਗੇ ਕੱਪੜੇ ਦੇਖ ਕੇ ਪ੍ਰਸੰਨ ਨਹੀਂ ਹੋਵੇਗਾ। ਗੁਰੂ ਤੇਰੇ ਹੱਥ ਵਿੱਚ ਭੇਟਾ ਕਿਤਨੀ ਵੱਡੀ ਹੈ ਇਹ ਦੇਖ ਕੇ ਪ੍ਰਸੰਨ ਨਹੀਂ ਹੋਵੇਗਾ। ਭਾਵੇਂ ਦੁਨੀਆ ਦਾ ਰਾਜਾ ਹੈ, ਗੁਰੂ ਇਹ ਦੇਖ ਕੇ ਪ੍ਰਸੰਨ ਨਹੀਂ ਹੋਵੇਗਾ। ਕਿਉਂਕਿ ਗੁਰਮੁਖੋ ਗੁਰੂ ਨਾਨਕ ਦੇ ਘਰ ਅੰਦਰ ਸਾਰੇ ਬਰਾਬਰ ਨੇ। ਅਕਬਰ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ, ਪਹਿਲਾ ਸਤਿਗੁਰਾਂ ਨੇ ਕਹਿਣ ਲੱਗਾ ਮੈਂ ਗੁਰੂ ਕੇ ਦਰਸ਼ਨ ਕਰਨੇ ਨੇ, ਗੁਰੂ ਨੂੰ ਮਿਲਣਾ ਹੈ। ਸਤਿਗੁਰਾਂ ਦਾ ਹੁਕਮ ਸੀ, ਪਹਿਲੋ ਪੰਗਤ ਪਾਛੇ ਸੰਗਤ। ਕਹਿਣ ਲੱਗੇ ਜਿਸ ਨੇ ਗੁਰੂ ਕੇ ਦੀਦਾਰ ਕਰਨੇ ਨੇ, ਪਹਿਲਾਂ ਗੁਰੂ ਕੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਫਿਰ ਉਸ ਤੋਂ ਬਾਅਦ ਗੁਰੂ ਕੇ ਦੀਦਾਰ ਹੋਣਗੇ। ਗੁਰੂ ਕੀ ਸੰਗਤ ਵਿੱਚ ਆ ਕੇ ਬੈਠੇ। ਸਤਿਗੁਰਾਂ ਦੇ ਅਨਮੋਲ ਬਚਨ ਸਨ। ਪਰ ਭਾਗਾਂ ਵਾਲਿਓ ਅਕਬਰ ਨੇ ਗੁਰੂ ਦਰਬਾਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਤੇ ਭਾਗਾਂ ਵਾਲਿਓ ਆਸੇ ਪਾਸੇ ਕੀ ਤੱਕ ਰਿਹਾ ਹੈ? ਆਸੇ ਪਾਸੇ ਦੇਖ ਰਿਹਾ ਹੈ ਗਰੀਬ, ਕੰਗਾਲ, ਫਟੇ ਪੁਰਾਣੇ ਕੱਪੜਿਆਂ ਵਾਲੇ ਵੀ ਉਸੇ ਪੰਗਤ ਵਿੱਚ ਬੈਠੇ ਨੇ, ਧਨਾਟ ਵੀ ਉਸੇ ਪੰਗਤ ਵਿੱਚ ਬੈਠੇ ਨੇ, ਪਰ ਅਕਬਰ ਨੂੰ ਉਸੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ। ਅੱਜ ਕੱਲ ਤੇ ਲੰਗਰਾਂ ਦੇ ਹਾਲਾਤ ਗੁਰਮੁਖੋ ਐਸੇ ਹੋ ਗਏ ਨੇ, ਬਹੁਤਾਤ ਵਿੱਚ ਮਰਜ਼ਾਦਾ ਨਹੀਂ ਰਹੇ। ਬਹੁਤਾਤ ਵਿੱਚ ਐਸਾ ਹੋ ਗਿਆ, ਕੋਈ ਧਨਾਟ ਤਕੜਾ ਬੰਦਾ ਆ ਜਾਵੇ, ਉਸ ਨੂੰ ਕੁਰਸੀ ਮੇਜ਼ ਲਗਾ ਕੇ ਦਿੱਤਾ ਜਾਂਦਾ ਹੈ, ਤੁਸੀਂ ਇੱਥੇ ਬੈਠੋ। ਗੁਰਮੁਖੋ ਗੁਰੂ ਕੇ ਸਿਧਾਂਤਾਂ ਨੂੰ ਭੁੱਲ ਗਏ, ਕੇਵਲ ਸੰਸਾਰਕ ਲਿਸ਼ਕ ਪੁਸ਼ਕ ਨੂੰ ਦੇਖਣਾ ਕੀਤਾ, ਕਿਉਂਕਿ ਇਹ ਮਨਮਤ ਹੈ, ਗੁਰਮਤ ਗੁਰੂ ਕੀ ਪੰਗਤ ਹੈ। ਇਸ ਲਈ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੁਆਰਾ ਜੋ ਸਾਨੂੰ ਸਮਝਾਉਣਾ ਕੀਤਾ, ਅਕਬਰ ਨੇ ਵੀ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਆਇਆ, ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਮੈਂ ਲੰਗਰ ਵਾਸਤੇ, ਲੰਗਰ ਦੀ ਜੋ ਤੁਹਾਡੀ ਵਿਵਸਥਾ ਹੈ, ਲੰਗਰ ਦਾ ਪ੍ਰਬੰਧ ਹੈ, ਵੇਖ ਕੇ ਬੜਾ ਮਨ ਪ੍ਰਸੰਨ ਹੋਇਆ। ਹਜ਼ਾਰਾਂ ਲੋਕ ਲੰਗਰ ਛਕੀ ਜਾ ਰਹੇ ਨੇ, ਕਿਸੇ ਨੂੰ ਕੋਈ ਰੋਕ ਟੋਕ ਨਹੀਂ। ਮੈਂ ਇਸ ਲੰਗਰ ਨੂੰ ਜੰਗੀਰ ਦੇਣੀ ਚਾਹੁੰਦਾ ਹਾਂ। ਸਤਿਗੁਰੂ ਜੀ ਕਹਿਣ ਲੱਗੇ ਇਹ ਲੰਗਰ ਸੰਗਤ ਦੇ ਦਸਵੰਧ ਦੇ ਨਾਲ ਚੱਲਦਾ ਹੈ, ਸੰਗਤ ਦਸਵੰਧ ਦਿੰਦੀ ਹੈ, ਇਹ ਲੰਗਰ ਸੰਗਤ ਦਾ ਹੈ। ਕੱਲ ਨੂੰ ਤੇਰਾ ਕੋਈ ਫੌਜਦਾਰ, ਤੇਰਾ ਕੋਈ ਉੱਤਰ ਅਧਿਕਾਰੀ, ਕੱਲ ਨੂੰ ਤੇਰਾ ਕੋਈ ਧੀ ਪੁੱਤਰ ਕਹੇਗਾ ਲੰਗਰ ਸਾਡਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਇਸ ਲੰਗਰ ਨੂੰ ਨਿੱਜੀ ਨਹੀਂ ਬਣਾਉਣਾ, ਇਹ ਲੰਗਰ ਸੰਗਤ ਦਾ ਹੈ। ਸੰਗਤ ਦੀ ਪਾਈ ਪਾਈ ਦੇ ਨਾਲ ਚੱਲਦਾ ਰਿਹਾ ਹੈ ਤੇ ਸੰਗਤ ਦੇ ਪਾਈ ਪਾਈ ਦੇ ਨਾਲ ਚੱਲੇਗਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਚਲਾਈ ਇਹ ਮਰਜ਼ਾਦਾ।
ਇਹ ਕਦੀ ਸੰਗਤ ਤੋਂ ਬਾਹਰ ਨਹੀਂ ਜਾਵੇਗੀ, ਕਿਉਂਕਿ ਜੋ ਸਿਧਾਂਤ ਪਹਿਲੋਂ ਸੀ ਉਹੀ ਸਿਧਾਂਤ ਅੱਜ ਹੈ। ਪਰ ਗੁਰਮੁਖੋ ਇਹ ਸਾਡੇ ਤੇ ਡਿਪੈਂਡ ਹੈ, ਅਸੀਂ ਇਸ ਨੂੰ ਲਾਗੂ ਕਿਸ ਤਰ੍ਹਾਂ ਕੀਤਾ। ਜੋ ਸਿਧਾਂਤ ਸਤਿਗੁਰੂ ਜੀ ਗੁਰਮੁਖੋ ਗੁਰੂ ਕਾਲ ਵੇਲੇ 239 ਸਾਲ ਦੇ ਸਮੇਂ ਦੇ ਵਿੱਚ 10 ਗੁਰੂ ਸਾਹਿਬਾਨਾਂ ਨੇ ਸਾਨੂੰ ਜੋ ਉਪਦੇਸ਼ ਦਿੱਤਾ, ਉਹੀ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰਹੇ ਨੇ। ਜੋ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਵਰਤੇ, ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਹੈ। ਅਸੀਂ ਗੁਰੂ ਨੂੰ ਗੁਰਮੁਖੋ ਸਮਝਣ ਤੋਂ ਕੁਤਾਹੀ ਕਰ ਦਿੱਤੀ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਜੋਤ 오ਹਾ ਜੋਤ ਵੀ ਉਹ ਹੈ, ਜੁਗਤ ਸਾਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੁਗਤੀ ਵੀ ਉਹ ਹੈ। ਸਹਿ ਕਾਇਆ ਫੇਰ ਪਲਟਿਆ, ਕੇਵਲ ਸਰੀਰ ਬਦਲਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1708 ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਡੇ ਵੱਲ ਹੱਥ ਕਰਕੇ ਸਾਨੂੰ ਕਿਹਾ ਸੀ, ਸਾਨੂੰ ਹੁਕਮ ਕੀਤਾ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਿੱਖੋ। ਅੱਜ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ, ਕਿਉਂਕਿ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਇੱਕ ਨਾ ਆਨੈ। ਸਿੱਖ ਦੇ ਮਨ ਅੰਦਰ ਇੱਕ ਤੋਂ ਬਿਨਾ ਹੋਰ ਕਿਸੇ ਦਾ ਅੰਦਰ ਖਿਆਲ ਵੀ ਨਾ ਆਵੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਨੇ, ਇਹ ਸਤਿਗੁਰਾਂ ਦੇ ਬਚਨ ਨੇ। ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਗੁਰੂ ਜੀ ਕਹਿ ਰਹੇ ਨੇ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣਾ ਚਾਹਣਾ ਹੈ, ਸਿੱਖਾਂ ਮੇਰੇ ਨਾਲ ਗੱਲਾਂ ਕਰਨਾ ਚਾਹਣਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀ, ਪਿਆਰ ਨਾਲ ਗੁਰੂ ਕੀ ਗੋਦ ਵਿੱਚ ਆ ਕੇ ਬੈਠੀ, ਪਿਆਰ ਨਾਲ ਗੁਰੂ ਕੀ ਬਾਣੀ ਸੁਣੀ, ਤੇਰੇ ਅੰਦਰਲੇ ਸਾਰੇ ਖਿਆਲਾਂ ਦੇ ਜਵਾਬ ਮਿਲ ਜਾਣਗੇ। ਜੇ ਮੇਰੇ ਦਰਸ਼ਨ ਕਰਨ ਚਾਹਣਾ ਹੈ ਤੇ ਖਾਲਸੇ ਪੰਥ ਵਿੱਚੋਂ ਕਰੀ ਤਿਆਰ ਬਰ ਤਿਆਰ ਹੋ ਕੇ, ਕੇਸ ਦਾੜਾ ਦਮਾਲਾ ਚੜਾਈ, ਬਾਣਾ ਪਾਈ। ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਵਾਲਾ ਜਦੋਂ ਬਣੇਗਾ ਤੇਰੇ ਵਿੱਚੋਂ ਮੇਰੇ ਦੀਦਾਰ ਹੋਣਗੇ। ਇਸ ਲਈ ਭਾਗਾਂ ਵਾਲਿਓ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਕੇਵਲ ਉਸ ਦਾਤੇ ਦੇ ਨਾਲ ਜੋੜਨਾ ਕੀਤਾ। ਗੁਰੂ ਨੇ ਇਤਨੀ ਕੁ ਰਹਿਮਤ ਸਿੱਖ ਤੇ ਕਰਨੀ ਕੀਤੀ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਰੱਬ ਇੱਥੇ ਵੀ ਰਖਵਾਲਾ ਹੈ, ਗੁਰੂ ਉੱਥੇ ਵੀ ਰਖਵਾਲਾ ਹੈ। ਪ੍ਰਭ ਸਤਿਗੁਰ ਦੀਨ ਦਿਆਲਾ, ਗੁਰੂ ਗਰੀਬਾਂ ਕੰਗਾਲਾਂ ਤੇ ਦਇਆ ਕਰਕੇ ਆਪਣੀ ਛਾਤੀ ਦੇ ਨਾਲ ਲਾ ਲੈਂਦਾ ਹੈ। ਪਹਾੜੀ ਰਾਜਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿਹਾ ਸੀ, ਇਕੱਠੇ ਹੋ ਕੇ ਗੁਰਮੁਖੋ ਸਤਿਗੁਰਾਂ ਦੇ ਦਰ ਤੇ ਆਏ, ਆਨੰਦਪੁਰ ਸਾਹਿਬ ਆਏ। ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਆਪਾਂ ਰੋਟੀ ਬੇਟੀ ਦੀ ਸਾਂਝ ਪਾਉਣੇ ਹਾਂ, ਆਪਾਂ ਰਿਸ਼ਤੇਦਾਰ ਬਣ ਜਾਣੇ ਹਾਂ। ਤੁਸੀਂ ਇਹਨਾਂ ਗਰੀਬਾਂ ਨੂੰ ਘੋੜਿਆਂ ਤੇ ਚੜਾ ਦਿੱਤਾ, ਤੁਸੀਂ ਇਹਨਾਂ ਦੇ ਪੱਗਾਂ ਬਣਾ ਦਿੱਤੀਆਂ, ਤੁਸੀਂ ਇਹਨਾਂ ਦੇ ਸੋਹਣੇ ਬਾਣੇ ਪਵਾ ਦਿੱਤੇ। ਇਹ ਸਾਡੇ ਰਾਜ ਦੇ ਵਿੱਚ ਨੌਕਰ ਲੱਗੇ ਨੇ, ਅਸੀਂ ਤੇ ਇਹਨਾਂ ਨੂੰ ਗੁਰਮੁਖੋ ਪੈਰ ਦੀ ਜੁੱਤੀ ਤੋਂ ਬਿਨਾਂ ਵੱਧ ਕੁਝ ਸਮਝਿਆ ਨਹੀਂ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਕਹਿਣ ਲੱਗੇ, ਮੈਂ ਕੱਲੇ ਕੱਲੇ ਨੂੰ ਪਾਤਸ਼ਾਹ ਰਾਜਾ ਬਣਾ ਦਿਆਂਗਾ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਤਾ ਗੱਦੀ ਯਾਦ ਕਰਨਗੇ, ਇਹ ਗੁਰੂ ਕੀ ਗੁਰਿਆਈ ਯਾਦ ਕਰਨਗੇ। ਸਤਿਗੁਰਾਂ ਨੂੰ ਕਹਿਣ ਲੱਗੇ, ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਆਪਾਂ ਰਿਸ਼ਤੇਦਾਰ ਬਣਦੇ ਹਾਂ, ਆਪਾਂ ਰੋਟੀ ਬੇਟੀ ਦੀ ਸਾਂਝ ਪਾਉਣੇ ਹਾਂ, ਤੁਸੀਂ ਆਪਣੇ ਬੱਚਿਆਂ ਦੇ ਰਿਸ਼ਤੇ ਸਾਡੇ ਘਰਾਣਿਆਂ ਦੇ ਵਿੱਚ ਕਰੋ ਤੇ ਆਪਾਂ ਉੱਚੇ ਘਰਾਣਿਆਂ ਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, इन्हीं की कृपा से सजे हम है, नहीं मोह से गरीब करोड़ परे। महाराज कहन लगे, मेरे वर्गे करोड़ां पैसर, पर इन्हां दियां दुआवां ने, इन्हां दियां अरदासां ने मैनू इस दुनिया ते लिआंदा, इन्हां करके मैं दुनिया ते आया हाँ। मेरे वर्गे करोड़ां पए सन। सतगुरां ने अपने आप नूं भी गरीब किया, नहीं मोह से गरीब ਕਰੋੜ ਪਰੇ। ਕਹਿਣ ਲੱਗੇ, ਮੇਰੇ ਵਰਗੇ ਕਰੋੜਾਂ ਗਰੀਬ ਪਏ ਸਨ, ਪਰ ਇਹਨਾਂ ਦੀਆਂ ਅਰਦਾਸਾਂ ਕਰਕੇ ਮੈਨੂੰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਆਪਣਾ ਪੁੱਤਰ ਬਣਾ ਕੇ ਦੁਨੀਆ ਤੇ ਭੇਜਣਾ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬੋਲ ਨੇ, ਮੈਂ ਆਪਣਾ ਸੁੱਤ ਤੋਹੇ ਨਵਾਜਾ। ਅਕਾਲ ਪੁਰਖ ਜੀ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ ਨੂੰ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ ਹਾਂ। ਸੁੱਤ ਤੋਂ ਭਾਵ ਪੁੱਤਰ, ਮੈਂ ਆਪਣਾ ਸੁੱਤ
तोहे नवाजा, पंथ परचर करवे को साजा। कहन लगे तू दुनिया ते जाके ऐसा अलौकिक पंथ साजना है जिस पंथ दे विच किसे जात पात दा भुलेखा ना रवे, जिस पंथ दे विच ऊच नीच दा भुलेखा ना रवे, जिस पंथ दे विच किसे दे नाल द्वैत भावना ना होवे, जिस पंथ दे विच कोई दुविधा ना होवे, ऐसा पंथ साजना है। ते गुरमुखो खालसा पंथ सिख पंथ धन गुरु गोबिंद सिंह महाराज जी ने ਉਹ ਸਾਜਣਾ ਕੀਤਾ। पर साडी बदकिस्मती है अज दे समय दे विच गुरमुखो जातां दे नां ते गुरुद्वारे जो जात गुरु साहिबान जी ने गुरमुखो अलग कीती सी, सारियां जातां दे विचों इकट्ठे करके उच्चा चुक के पातशाह जी ने सिख बनाया सी। जेड़ा सिख है उस दी कोई जात नहीं हुंदी, जेड़ा जातां पातां दा वितकरा करदा है वो सिख नहीं हो सकदा। बहुतात विच अज दे समय गुरमुखो ऐसे गुरुद्वारे भी ने जिथे छोटे घराणियां दे गरीबां दे लंगर अड ने, वड्डियां दे लंगर अड ने। पातशाह जी ने ते अकबर वर्गियां नूं भी एक पंगत विच बिठा दिता, पर अज दे समय विच कहा जांदा है साडे महापुरुषां ने कहा है जी इन्हां दा लंगर अलग किया जावे। वेखो फिर ये गुरु ग्रंथ साहिब महाराज जी तो भी वड्डे हो गए, गुरु साहिबाना तो वड्डे हो गए। गुरु ने जात पात का वितकरा नहीं किया, क्योंकि नीचों ऊंच करे मेरा गोविंद, क्योंकि इतिहास भी पढ़ते हाँ नानक यार गरीबां दा। गुरु नानक पातशाह जी वेखो जेड़े गरीब सन, भाई लालो वर्गे सच की किरत करन वाले आप कुंडा खड़का के गुरु नानक पातशाह जी घर चले गए। उधर मलक भागों 36 प्रकार के पदार्थ तैयार करके गुरु नानक पातशाह जी दियां मिन्नतां कर रहा है। गुरु नानक पातशाह जी दे चरणां दे विच अपने अहलकार भेजे, पातशाह नहीं गए, अपने सिपाही भेजे, पातशाह नहीं गए। सतगुरां नूं प्यार दे नाल कहा, पातशाह नहीं गए। पातशाह जी नूं गुरमुखो डर दे नाल धमकाया, पातशाह नहीं गए। मलक भागो गुरु नानक पातशाह जी दे दर ते भाई लालो दे घर आप चल के आया। सतगुरां नूं कहा तुसीं मेरे घर प्रसादा छको, लंगर छको। ते गुरु नानक पातशाह जी कहन लगे तेरियां पूड़ियां दे विचों लहू है, तेरियां पूड़ियां दे विचों खून वगदा है, पर भाई लालो दी कोदरे दी रोटी दे विचों दुध है। इस दा मतलब ये नहीं कि पूरी चक्की सतगुरां ने एक पासे रोटी चक्की। अजकल फोटो दे विच विखाया जांदा है पूड़ी दे विचों खून निकल रहा है, रोटी विचों दुध निकल रहा है। सतगुरां ने एक सिद्धांत समझाया सी, कहन लगे इस दी किरत सच्ची सुच्ची है, ये दुध दे बराबर है। पातशाह जी कहन लगे तू गरीबां दा खून चूसदा है, गरीबां ते जुल्म करदा है, धक्का करदा है, इसलिए तेरियां पूड़ियां दे विच मैनूं खून नजर आउंदा है। इसलिए गुरमुखो गुरु नानक पातशाह आप अंदर वाले दी रहमत करके पातशाह जी गरीबां दी आप सुनदे ने। दीन तो भाव गरीब, दीन तो भाव कंगाल, दीन तो भाव निमरता। पातशाह जी कह रहे हैं प्रभ सतगुर दीन दयाला। सतगुरु जी ऐसा है दीना ते रहमत करन वाला, दयालता दे घर विच आके दास अपने आप राखे, अपने दासां अपने प्यारियां दी गुरु ने आप राखी कीती। जिन्हां ने गुरु नूं ध्याया घट घट शब्द सुभाखे, घट घट तो भाव हिरदा। हर एक हिरदे दे विच गुरु का शब्द वस गया। सुभाखे तो भाव अंदर दी अभिलाषा गुरु ने बुझा दिती, अंदर दी प्यास गुरु ने बुझा दिती। गुर के चरण ऊपर बल जाई, मैं ऐसे गुरु दे चरना तो बलिहार कुर्बान सदके जावां। दिन सरैन सास सास संभाली, जिन्हां ने दिन रैन गुरु दे चरणां नूं ध्याना कीता, सवास सवास गुरु के नाम नूं जपना कीता। पूरन सबनी थाई, पातशाह जी ने गुरमुखो पूरा अकाल पुरख परमात्मा हर थां वस रहा है, हर थां रमिया होया है, हर गरीब अमीर जीव जंतु दे अंदर है, जानवरां पशुआं पेड़ पौधियां दे विच भी है। इसलिए सतगुरु जी कह रहे हैं उस दाते नूं ध्याना कर, तैनू फिर हर थां हर जगह मौजूद दिसेगा। जह जह देखो तह हजूर,
ਦੂਰ ਕਤਹੁ ਨਾ ਜਾਏ। ਅਕਾਲ ਪੁਰਖ ਪ੍ਰਮਾਤਮਾ ਤੇਰੇ